ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਸਾਰਿਆਂ ਦਾ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਜੀਤ ਕੋਡ ਦੇ ਵਿੱਚ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਪੈਟਰਨਸ ਦੇ ਬਾਰੇ, ਜੋ ਕਿ ਅਸੀਂ ਆਪਣੇ ਪ੍ਰੀਵੀਅਸ 2 ਵੀਡੀਓਜ਼ ਤੋਂ ਕਰਦੇ ਆਏ ਹਾਂ। ਤੇ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਪੈਟਰਨ ਪ੍ਰਿੰਟ ਕਰਾਵਾਂਗੇ, ਜਿਹੜਾ ਤੁਹਾਨੂੰ ਆਪਣੀ ਸਕਰੀਨ ਦੇ ਉੱਪਰ ਨਜ਼ਰ ਆ ਰਿਹਾ ਹੈ। ਕੁਝ ਇਸ ਤਰ੍ਹਾਂ ਦਾ ਪੈਟਰਨ ਅਸੀਂ ਆਪਣੀ ਆਊਟਪੁੱਟ ਸਕਰੀਨ ਦੇ ਉੱਪਰ ਪ੍ਰਿੰਟ ਕਰਾਵਾਂਗੇ। ਸੋ ਸਭ ਤੋਂ ਪਹਿਲਾਂ ਅਸੀਂ ਪੈਟਰਨ ਨੂੰ ਸਮਝ ਲੈਂਦੇ ਹਾਂ ਕਿ ਇਸ ਪੈਟਰਨ ਨੂੰ ਅਸੀਂ ਕਿਵੇਂ ਆਪਣੀ ਆਊਟਪੁੱਟ ਦੇ ਵਿੱਚ ਪ੍ਰਿੰਟ ਕਰਵਾ ਸਕਦੇ ਹਾਂ। ਸੋ ਜੇ ਇਸ ਪੈਟਰਨ ਦੇ ਸਟਾਰ ਵਾਲੇ ਪੋਰਸ਼ਨ ਨੂੰ ਦੇਖਿਆ ਜਾਵੇ ਤਾਂ ਇਹ ਉਹੀ ਪੈਟਰਨ ਆ ਜਿਹੜਾ ਅਸੀਂ ਆਪਣੀ ਪ੍ਰੀਵੀਅਸ ਵੀਡੀਓ ਦੇ ਵਿੱਚ ਕਵਰ ਕਰ ਚੁੱਕੇ ਹਾਂ। ਇਹ ਪੈਟਰਨ ਬੇਸਿਕਲੀ ਅਸੀਂ 3 ਲੂਪਸ ਦੇ ਨਾਲ ਡਰਾ ਕਰਾਂਗੇ ਆਪਣੀ ਆਊਟਪੁੱਟ ਦੇ ਵਿੱਚ। ਫਸਟ ਲੂਪ ਹੋਏਗਾ ਰੋਜ਼ ਦੇ ਵਾਸਤੇ, ਸੈਕੰਡ ਨੈਸਟਡ ਲੂਪ ਹੋਏਗਾ ਸਟਾਰਸ ਦੇ ਵਾਸਤੇ, ਤੇ ਇੱਕ ਹੋਰ ਅਸੀਂ ਇਸ ਦੇ ਵਿੱਚ ਲੂਪ ਯੂਜ਼ ਕਰਾਂਗੇ ਜੋ ਕਿ ਹੋਏਗਾ ਸਪੇਸਿਸ ਦੇ ਵਾਸਤੇ। ਜੋ ਤੁਸੀਂ ਇੱਥੇ ਡੈਸ਼ਿਸ ਦੇਖ ਸਕਦੇ ਹੋ, ਇਹ ਸਪੇਸਿਸ ਨੂੰ ਰਿਪਰੈਜ਼ੈਂਟ ਕਰ ਰਹੀਆਂ ਨੇ। ਸਟਾਰਸ ਵਾਲੇ ਪਾਰਟ ਨੂੰ ਅਸੀਂ ਦੇਖ ਲਿਆ ਹੈ। ਹੁਣ ਜੇ ਅਸੀਂ ਇਸ ਸਪੇਸਿਸ ਵਾਲੇ ਪਾਰਟ ਨੂੰ ਦੇਖੀਏ ਤਾਂ ਇਹ ਵੀ ਅਸੀਂ ਜਿਹੜਾ ਪੈਟਰਨ ਆ ਇਹ ਵੀ ਅਸੀਂ ਕਵਰ ਕਰ ਚੁੱਕੇ ਹਾਂ ਆਪਣੀ ਪੈਟਰਨ ਦੀ ਫਸਟ ਵੀਡੀਓ ਦੇ ਵਿੱਚ। ਬਾਕੀ ਜੇ ਤੁਸੀਂ ਇਹ ਦੋਨੋਂ ਵੀਡੀਓ ਹਲੇ ਤੱਕ ਨਹੀਂ ਦੇਖੀਆਂ ਤਾਂ ਆਈ ਬਟਨ ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਸੋ ਇਸ ਪੈਟਰਨ ਨੂੰ ਪ੍ਰਿੰਟ ਕਰਨ ਵਾਸਤੇ ਅਸੀਂ ਸਿੰਪਲੀ 3 ਲੂਪਸ ਨੂੰ ਯੂਜ਼ ਕਰਾਂਗੇ ਤੇ ਇੱਕ ਵੇਰੀਏਬਲ ਹੋਏਗਾ ਜਿੱਥੋਂ ਅਸੀਂ ਯੂਜ਼ਰ ਦੇ ਕੋਲੋਂ ਵੈਲਿਊ ਲਵਾਂਗੇ ਕਿ ਉਹਨਾਂ ਨੇ ਕਿੰਨੇ ਰੋਜ਼ ਦਾ ਪੈਟਰਨ ਪ੍ਰਿੰਟ ਕਰਵਾਉਣਾ ਵਾ। ਸੋ ਸਟਾਰਟ ਕਰਦੇ ਹਾਂ। ਕੋਡ ਮੈਂ ਆਲਰੇਡੀ ਰਾਈਟ ਕਰ ਲਿਆ ਹੋਇਆ। ਅਸੀਂ ਸਭ ਤੋਂ ਪਹਿਲਾਂ ਆਪਣੇ ਮੇਨ ਫੰਕਸ਼ਨ ਦੇ ਵਿੱਚ 4 ਵੇਰੀਏਬਲਸ ਨੂੰ ਡਿਕਲੇਅਰ ਕਰ ਲਿਆ ਹੋਇਆ। ਆਈ ਰੋਜ਼ ਦੇ ਵਾਸਤੇ ਕੀਤਾ ਹੋਇਆ, ਜੇ ਜਿਹੜਾ ਵਾ ਉਹ ਅਸੀਂ ਸਪੇਸਿਸ ਦਾ ਸਟਾਰ ਵਾਸਤੇ ਯੂਜ਼ ਕਰਾਂਗੇ, ਤੇ ਕੇ ਵੀ ਅਸੀਂ ਸਪੇਸਿਸ ਜਾਂ ਸਟਾਰ ਦੇ ਵਾਸਤੇ ਯੂਜ਼ ਕਰਾਂਗੇ। ਤੇ ਜਿਹੜਾ ਐਨ ਆ, ਇਸ ਵੇਰੀਏਬਲ ਦੇ ਵਿੱਚ ਅਸੀਂ ਯੂਜ਼ਰ ਦੇ ਕੋਲੋਂ ਵੈਲਿਊ ਲੈ ਕੇ ਸਟੋਰ ਕਰਵਾਵਾਂਗੇ ਕਿ ਯੂਜ਼ਰ ਕਿੰਨੇ ਨੰਬਰ ਆਫ ਰੋ ਦੇ ਪੈਟਰਨ ਨੂੰ ਪ੍ਰਿੰਟ ਕਰਵਾਉਣਾ ਚਾਹੁੰਦਾ ਵਾ। ਸੋ ਇਸ ਤੋਂ ਬਾਅਦ ਅਸੀਂ ਇੱਕ ਸੀ ਆਊਟ ਲਗਾ ਕੇ ਆਪਣੀ ਆਊਟਪੁੱਟ ਸਕਰੀਨ ਦੇ ਉੱਪਰ ਮੈਸੇਜ ਪ੍ਰਿੰਟ ਕਰਵਾਇਆ ਹੋਇਆ ਕਿ ਜਿੱਥੋਂ ਯੂਜ਼ਰ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਇੱਥੇ ਕੋਈ ਵੈਲਿਊ ਐਂਟਰ ਕਰਨੀ ਆ। ਤੇ ਇਸ ਤੋਂ ਬਾਅਦ ਅਸੀਂ ਸੀ ਇਨ ਲਗਾ ਕੇ ਇਸ ਐਨ ਵੇਰੀਏਬਲ ਦੇ ਵਿੱਚ ਯੂਜ਼ਰ ਦੇ ਕੋਲੋਂ ਜਿਹੜੀ ਵੈਲਿਊ ਲਈ ਹੋਈ ਆ ਉਸ ਨੂੰ ਸਟੋਰ ਕਰਵਾ ਲਵਾਂਗੇ। ਸੋ ਇਸ ਪੂਰੇ ਕੋਡ ਨੂੰ ਹੁਣ ਇੱਕ ਐਗਜ਼ਾਮਪਲ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡੀ ਆਊਟਪੁੱਟ ਦੇ ਵਿੱਚ ਇਹ ਜਿਹੜਾ ਪੈਟਰਨ ਆ ਇਹ ਪ੍ਰਿੰਟ ਕਿਵੇਂ ਹੋਏਗਾ। ਸੋ ਸਪੋਜ਼ ਕਰੋ ਕਿ ਸਾਨੂੰ ਯੂਜ਼ਰ ਨੇ n ਦੀ ਵੈਲਿਊ ਦੇ ਦਿੱਤੀ ਆ 3, ਕਿ ਯੂਜ਼ਰ ਕਹਿੰਦਾ ਵਾ ਕਿ ਮੈਨੂੰ 3 ਰੋਜ਼ ਵਾਲਾ ਪੈਟਰਨ ਆਪਣੀ ਆਊਟਪੁੱਟ ਦੇ ਵਿੱਚ ਪ੍ਰਿੰਟ ਕਰਵਾ ਕੇ ਦਿਓ। ਸੋ ਜਦ ਯੂਜ਼ਰ ਨੇ ਸਾਨੂੰ ਵੈਲਿਊ ਦਿੱਤੀ, ਉਸ ਤੋਂ ਬਾਅਦ ਸਾਡੇ ਪ੍ਰੋਗਰਾਮ ਦਾ ਜਿਹੜਾ ਕੰਟਰੋਲ ਆ ਉਹ ਆਵੇਗਾ ਸਾਡੇ ਫਸਟ ਵਾਲੇ ਫੋਰ ਲੂਪ ਦੇ ਉੱਪਰ। ਇਹ ਫੋਰ ਲੂਪ ਦਾ ਜਿਹੜਾ ਸਟਾਰਟਿੰਗ ਪੁਆਇੰਟ ਆ ਉਹ 1 ਆ, ਤੇ ਇਹ ਫੋਰ ਲੂਪ ਉਦੋਂ ਤੱਕ ਚੱਲੇਗਾ ਜਦੋਂ ਤੱਕ i ਦੀ ਵੈਲਿਊ ਛੋਟੀ ਆ ਜਾਂ ਇਕੁਅਲਸ ਟੂ ਆ ਕਿਹਦੇ n ਦੇ। ਮੀਨਸ ਕਿ ਇਹ ਜਿਹੜਾ ਫੋਰ ਲੂਪ ਆ ਇਹ 1 ਤੋਂ ਲੈ ਕੇ 3 ਤੱਕ ਚੱਲੇਗਾ, ਕਿਉਂਕਿ n ਦੀ ਵੈਲਿਊ ਸਾਨੂੰ ਯੂਜ਼ਰ ਨੇ 3 ਦਿੱਤੀ ਹੋਈ ਆ। ਸੋ ਇਹ ਅਸੀਂ ਰੋਜ਼ ਦੇ ਵਾਸਤੇ ਅਪਲਾਈ ਕੀਤਾ ਹੋਇਆ ਫੋਰ ਲੂਪ। ਸੋ ਸਾਡਾ ਜਿਹੜਾ ਪ੍ਰੋਗਰਾਮ ਆ ਸਭ ਤੋਂ ਪਹਿਲਾਂ ਇਸ ਫੋਰ ਲੂਪ ਨੂੰ ਐਗਜ਼ੀਕਿਊਟ ਕਰੇਗਾ। ਇਹ ਸਟਾਰਟ ਹੋਵੇਗਾ i = 1 ਤੋਂ, ਫਿਰ ਕੰਡੀਸ਼ਨ ਚੈੱਕ ਹੋਵੇਗੀ। ਕੰਡੀਸ਼ਨ ਇੱਥੇ ਟਰੂ ਹੋ ਚੁੱਕੀ ਆ ਕਿ i ਦੀ ਵੈਲਿਊ ਛੋਟੀ ਆ n ਦੇ ਨਾਲੋਂ। ਸੋ ਕੰਡੀਸ਼ਨ ਟਰੂ ਹੋਣ ਦੇ ਬਾਅਦ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਇਸ ਫੋਰ ਲੂਪ ਦੇ ਬਲਾਕ ਨੂੰ ਐਗਜ਼ੀਕਿਊਟ ਕਰ ਦੇਵੇਗਾ। ਸੋ ਜਦ ਹੀ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਇਸ ਫੋਰ ਲੂਪ ਦੇ ਬਲਾਕ ਨੂੰ ਐਗਜ਼ੀਕਿਊਟ ਕਰੇਗਾ ਤਾਂ ਇਸ ਬਲਾਕ ਦੇ ਅੰਦਰ ਅਸੀਂ ਇੱਕ ਹੋਰ ਨੈਸਟਡ ਫੋਰ ਲੂਪ ਅਪਲਾਈ ਕੀਤਾ ਹੋਇਆ ਵਾ, ਜਿਹਦਾ ਕਿ ਸਟਾਰਟਿੰਗ ਪੁਆਇੰਟ ਆ 1। ਸੋ ਇਨੀਸ਼ੀਅਲੀ ਇੱਥੇ i ਦੀ ਵੈਲਿਊ 1 ਹੋ ਜਾਵੇਗੀ, ਤੇ ਨੈਸਟਡ ਫੋਰ ਲੂਪ ਦੇ ਵਿੱਚ ਇਨੀਸ਼ੀਅਲੀ ਜਿਹੜੀ j ਦੀ ਵੈਲਿਊ ਆ ਉਹ ਵੀ 1 ਹੋ ਜਾਵੇਗੀ। ਹੁਣ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਇਸ ਫੋਰ ਲੂਪ ਨੂੰ ਐਗਜ਼ੀਕਿਊਟ ਕਰੇਗਾ, ਬਟ ਐਗਜ਼ੀਕਿਊਟ ਕਰਨ ਤੋਂ ਪਹਿਲਾਂ ਸਟਾਰਟਿੰਗ ਪੁਆਇੰਟ ਦੇਖ ਕੇ ਸਾਡਾ ਪ੍ਰੋਗਰਾਮ ਇਸ ਫੋਰ ਲੂਪ ਦੀ ਕੰਡੀਸ਼ਨ ਨੂੰ ਚੈੱਕ ਕਰੇਗਾ। ਕੰਡੀਸ਼ਨ ਅਸੀਂ ਕੀ ਦਿੱਤੀ ਹੋਈ ਆ ਕਿ ਇਹ ਫੋਰ ਲੂਪ ਤਾਂ ਹੀ ਚੱਲੇਗਾ ਜੇ j ਦੀ ਵੈਲਿਊ ਛੋਟੀ ਆ ਜਾਂ ਇਕੁਅਲਸ ਟੂ ਆ ਕਿਹਦੇ ਤੋਂ, i-1 ਤੋਂ। i-1 ਮਤਲਬ i ਦੀ ਵੈਲਿਊ 1 ਆ, 1 - 1 0। ਇੱਥੇ ਹੁਣ 0 ਵੈਲਿਊ ਆ ਚੁੱਕੀ ਆ।
बट जे की वैल्यू 1 आ, जे की वैल्यू छोटी नहीं आ 0 तो, जे की वैल्यू वड्डी आ 0 तो, मीनस कि ये जिहड़े फस्ट नैसटेड फोर लूप की जिहड़ी कंडीशन आ वो फॉल्स हो जाएगी तो ये जिहड़ा पूरा फोर लूप आ ये साडा एग्जीक्यूट नहीं होगा। तो ये फोर लूप असी क्यों इत्थे अप्लाई किया होया, ये स्पेसिस दे लई इत्थे असी राइट किया होया। सो कंडीशन फॉल्स होने के कारण साडा ये जिहड़ा फस्ट नैसटेड फोर लूप आ ये एग्जीक्यूट नहीं होगा। इस तो बाद टर्न आएगी साडे सैकेंड नैसटेड फोर लूप की, जो कि असी अप्लाई किया होया वा स्टार्स नूं प्रिंट कराउण वास्ते। सो ये जिहड़ा फोर लूप आ ये स्टार्ट होगा n तो, n की वैल्यू कितनी आ 3, मीनस कि इनिशियली k की वैल्यू कितनी हो जाएगी 3। सो k की वैल्यू 3 इसका स्टार्टिंग पॉइंट है। तो इस तो बाद साडा प्रोग्राम इस फोर लूप की कंडीशन नूं चैक करेगा। कंडीशन की आ कि k की वैल्यू वड्डी होनी चाहिए आ जां इक्वल होनी चाहिए आ i दे नालों। तुसीं सब तो पहला बाहर वाले फोर लूप के विच देख सकते हो कि i की वैल्यू इनिशियली 1 आ ते k की वैल्यू 3 आ। सो k की वैल्यू वड्डी आ 1 दे नालों। सो ये जिहड़ी कंडीशन आ ये ट्रू हो चुकी आ ते हुण ये जिहड़ा ब्लॉक आ ये एग्जीक्यूट हो जाएगा। ये ब्लॉक की साडी आउटपुट दे विच प्रिंट करावेगा एक स्टार नूं। सो मैं इत्थे कमेंट दे विच साइड दे उपर आउटपुट भी राइट कर देना कि जब ये एक बार ब्लॉक एग्जीक्यूट होगा तो एक जिहड़ा स्टार आ वो साडी आउटपुट दे विच प्रिंट हो जाएगा। इस तो बाद टर्न आएगी k माइनस माइनस की। k माइनस माइनस हुण k की वैल्यू नूं 2 कर देगा। k की वैल्यू जब 2 हो जाएगी फिर कंडीशन चैक होगी। कंडीशन की है कि k की वैल्यू वड्डी होनी चाहिए आ i दे नालों। सो i की वैल्यू 1 आ, k की वैल्यू 2 आ। कंडीशन ये ट्रू हो चुकी है तो फिर ये जिहड़ा ब्लॉक ऑफ कोड आ ये एग्जीक्यूट हो जाएगा तो फस्ट रो दे विच ही एक होर स्टार प्रिंट हो जाएगा। फस्ट रो दे विच क्यों? क्योंकि साडे नेस्टेड फोर लूप की कंडीशन हले फॉल्स नहीं हुई तो बाहर जिहड़ा फस्ट वाला रोज वाला फोर लूप सी उहदी वैल्यू हले 1 ही आ। सो सैकेंड स्टार होर प्रिंट हो जाएगा साडी आउटपुट दे विच। फिर टर्न आएगी k माइनस माइनस की तो k माइनस माइनस 2 माइनस 1 करके k की वैल्यू नूं कर देगा 1। फिर कंडीशन चैक होगी। कंडीशन की है कि k की वैल्यू वड्डी होनी चाहिए है जां इक्वल होनी चाहिए है i दे नालों। हुण बाहर i की वैल्यू 1 आ तो k की वैल्यू भी 1 आ। सो ये इक्वल कंडीशन वाला जिहड़ा केस आ ये आ चुका वा। सो फिर कंडीशन साडी इत्थे ट्रू हो चुकी आ तो फिर साडी फस्ट रो दे विच ही एक स्टार जिहड़ा वो प्रिंट हो जाएगा। फिर टर्न आएगी k माइनस माइनस की तो k माइनस माइनस k की वैल्यू नूं हुण 1 माइनस 1 करके 0 कर देगा। हुण कंडीशन इत्थे हो चुकी आ फॉल्स क्योंकि k की वैल्यू छोटी हो चुकी आ i दे नालों। बट इत्थे कंडीशन आ कि k की वैल्यू वड्डी होनी चाहिए आ i दे नालों। सो साडी फस्ट रो दे विच जिहड़े 3 स्टार्स ने वो प्रिंट हो जाणगे। इस तो बाद ये सैकेंड फोर लूप की कंडीशन फॉल्स होने तो बाद टर्न आएगी सी आउट एंड एल दी तो ये लाइन साडे प्रोग्राम के कंट्रोल नूं न्यू लाइन दे विच लै आएगी। हुण साडे रोज वाले फोर लूप की लास्ट लाइन आ चुकी आ तो हुण टर्न आएगी आई प्लस प्लस इनक्रीमेंट ऑपरेटर की तो ये आई की वैल्यू नूं कर देगा 2। हुण असी सैकेंड रो के उपर आ चुके हैं। हुण फिर कंडीशन चैक होगी। कंडीशन की आ आई की वैल्यू छोटी होनी चाहिए है जां इक्वल होनी चाहिए है एन दे नालों। सो आई की वैल्यू छोटी ही आ, आई की वैल्यू 2 आ, एन की वैल्यू सानू यूजर ने 3 दी हुई है। सो कंडीशन ट्रू हो चुकी आ। फिर ये जिहड़ा ब्लॉक ऑफ कोड आ ये एग्जीक्यूट होगा। हुण साडा प्रोग्राम फिर फस्ट वाले जो कि स्पेसिस वास्ते असी फोर लूप लगाया होया वा इस नूं स्टार्ट करेगा तो ये जिहड़ा फोर लूप आ ये इनिशियली स्टार्ट होगा 1 तो फिर कंडीशन चैक करेगा साडा प्रोग्राम। कंडीशन की आ कि जे की वैल्यू छोटी होनी चाहिए आ जां इक्वल होनी चाहिए आ i माइनस 1 तो। i की वैल्यू हुण 2 हो चुकी आ
ਤੇ i-1 मतलब वैल्यू आ जाएगी इत्थे 1। सो वैल्यू 1 आउण दे नाल ही इत्थे जिहड़ी इक्वल टू वाली कंडीशन आ वो राइज हो जाएगी। मतलब कि जे दी वैल्यू हुण 1 आ ते इत्थे i-1 भी 1 हो चुका वा। हुण कंडीशन ट्रू होण दे नाल ही साडा जिहड़ा प्रोग्राम आ वो इस स्पेसिस वाले लूप दे ब्लॉक नूं एग्जीक्यूट कर देवेगा ते साडी आउटपुट दे विच एक स्पेस जिहड़ी आ वो प्रिंट हो जाएगी। असीं इत्थे सिंपली एक सी आउट लगा के विच स्पेस एंटर कीती हुई आ। सो साडी आउटपुट दे विच एक स्पेस जिहड़ी आ वो प्रिंट हो जाएगी। इस तो बाद टर्न आवेगी J++ दी, जो कि J दी वैल्यू नूं 2 कर देवेगा। 1 + 1 2। हुण फिर कंडीशन चैक होगी। कंडीशन की आ कि J की वैल्यू छोटी होनी चाहिए या इक्वल होनी चाहिए i-1 तो। i-1 मतलब कि 1 तो J की वैल्यू छोटी होनी चाहिए। हुण J 2 हो चुका वा, मीनस कि J की वैल्यू वड्डी हो चुकी आ। सो ये जिहड़ी कंडीशन आ ये फॉल्स हो जाएगी ते साडा ये जिहड़ा फोर लूप आ स्पेसिस वाला ये एग्जीक्यूट होना बंद हो जाएगा। इस तो बाद टर्न आएगी साडे स्टार्स वाले नैसटेड फोर लूप की। हुण ये जिहड़ा फोर लूप आ ये इनिशियली स्टार्ट होएगा k = n मतलब कि 3 तो। फिर कंडीशन चैक होगी। कंडीशन की है कि k की वैल्यू वड्डी होनी चाहिए आ i दे नालों। सो k की वैल्यू 3 वा, i की वैल्यू 2 वा। कंडीशन ट्रू हो चुकी है तो सी आउट कर दिता जाएगा एक स्टार नूं। सो इत्थे एक स्पेस साडी जिहड़ी इस स्पेस वाले फोर लूप ने प्रिंट की सी वो एज इट इज़ ही रहेगी। तो इस तो बाद सैकेंड नंबर ते साडा जिहड़ा एक स्टार आ वो प्रिंट हो जाएगा। इस तो बाद टर्न आएगी k-, दी। ये k की वैल्यू नूं हुण 2 कर देगा। सो इत्थे फिर जिहड़ा इक्वल्स टू वाला केस आ वो राइज हो चुका, मीन कि k की वैल्यू इक्वल हो चुकी आ i दे नालों। सो फिर कंडीशन ट्रू हो चुकी है तो ये ब्लॉक एग्जीक्यूट होगा तो ये एग्जीक्यूट होके एक जिहड़ा स्टार आ उसनूं प्रिंट कर देगा। इस तो बाद टर्न आएगी k-, दी ते k-, k की वैल्यू कर देगा 1। तो इत्थे हुण जिहड़ी साडी कंडीशन आ इस स्टार्स वाले नैसटेड फोर लूप की ये फॉल्स हो जाएगी क्योंकि k की वैल्यू छोटी हो चुकी है i दे नालों। बट कंडीशन आ कि k की वैल्यू वड्डी होनी चाहिए आ i दे नालों। सो साडी सैकेंड रो दे विच दो जिहड़े स्टार्स ने वो प्रिंट हो जाणगे। सो कंडीशन फॉल्स होने दे नाल ही ये जिहड़ा फोर लूप आ ये अपनी एग्जीक्यूशन बंद कर देगा। इस तो बाद टर्न आएगी सी आउट एंडल दी ते ये लाइन साडे प्रोग्राम के कंट्रोल नूं न्यू लाइन दे विच लै आवेगी। सो इस तो बाद हुण i++ जिहड़ा इनक्रीमेंट ऑपरेटर आ रोज़ वाले फोर लूप का वो एग्जीक्यूट होगा तो i की वैल्यू नूं 3 कर देगा। फिर कंडीशन चैक होगी। कंडीशन की है कि i की वैल्यू छोटी या इक्वल होनी चाहिए n के नालों। तो इत्थे इक्वल्स टू वाला जिहड़ा केस आ वो आ चुका वा, मीनस कि n की वैल्यू भी 3 आ तो i की वैल्यू भी 3 हो चुकी है। कंडीशन ट्रू हो जाएगी तो ये जिहड़ा ब्लॉक ऑफ कोड आ ये फिर एग्जीक्यूट हो जाएगा। तो हुण सब तो पहला साडा जिहड़ा प्रोग्राम आ वो इस स्पेसिस वाले नैसटेड फोर लूप नूं एग्जीक्यूट करेगा। तो इसनूं एग्जीक्यूट करेगा तो ये जिहड़ा फोर लूप आ ये फिर अपनी इनिशियल स्टेट तो ही स्टार्ट होगा, मीनस कि j = 1 तो। हुण फिर कंडीशन चैक होगी। कंडीशन की आ कि j की वैल्यू छोटी होनी चाहिए आ i-1 तो। i-1 मतलब 2 तो। सो j की वैल्यू 1 आ बट i-1 2 आ। कंडीशन ट्रू हो चुकी आ। सो साडी आउटपुट दे विच एक जिहड़ी स्पेस आ वो प्रिंट हो जाएगी। स्पेस प्रिंट होने तो बाद फिर टर्न आएगी J++ की तो ये J की वैल्यू नूं कर देगा 2। तो हुण इत्थे इक्वल टू वाला जिहड़ा केस आ वो फिर आ चुका वा, मीनस कि J की वैल्यू इक्वल हो चुकी है i-1 तो, मीनस कि 2 तो। सो J की वैल्यू भी 2 आ, i-1 भी 2 ही आ। सो एक होर जिहड़ी स्पेस आ वो थर्ड रो दे विच साडी आउटपुट दे विच प्रिंट हो जाएगी। सो इस तो बाद J++ J की वैल्यू नूं कर देगा
3। ਸੋ ਜਦ ਜੇ ਦੀ ਵੈਲਿਊ 3 ਹੋਵੇਗੀ ਤਾਂ ਇਹ ਜਿਹੜੀ ਕੰਡੀਸ਼ਨ ਆ ਇਹ ਫਾਲਸ ਹੋ ਜਾਵੇਗੀ, ਕਿਉਂਕਿ ਜੇ ਦੀ ਵੈਲਿਊ ਵੱਡੀ ਹੋ ਚੁੱਕੀ ਆ 2 ਦੇ ਨਾਲੋਂ। ਸੋ ਇਹ ਕੰਡੀਸ਼ਨ ਫਾਲਸ ਹੋਣ ਦੇ ਨਾਲ ਸਪੇਸਿਸ ਵਾਲਾ ਜਿਹੜਾ ਸਾਡਾ ਫੋਰ ਲੂਪ ਆ ਉਹ ਆਪਣੀ ਐਗਜ਼ੀਕਿਊਸ਼ਨ ਬੰਦ ਕਰ ਦੇਵੇਗਾ। ਇਸ ਤੋਂ ਬਾਅਦ ਟਰਨ ਆਵੇਗੀ ਸਟਾਰਸ ਵਾਲੇ ਨੈਸਟਡ ਫੋਰ ਲੂਪ ਦੀ। ਹੁਣ ਇਹ ਜਿਹੜਾ ਸਟਾਰਸ ਵਾਲਾ ਨੈਸਟਡ ਫੋਰ ਲੂਪ ਆ ਇਹ ਫਿਰ k n ਮੀਨਸ ਕਿ 3 ਤੋਂ ਸਟਾਰਟ ਹੋਵੇਗਾ। ਕੰਡੀਸ਼ਨ ਚੈੱਕ ਹੋਵੇਗੀ, ਕੰਡੀਸ਼ਨ ਕੀ ਆ ਕਿ k ਦੀ ਵੈਲਿਊ ਵੱਡੀ ਹੋਣੀ ਚਾਹੀਦੀ ਆ ਜਾਂ ਇਕੁਅਲ ਹੋਣੀ ਚਾਹੀਦੀ ਆ i ਤੋਂ, ਬਟ ਇੱਥੇ ਇਕੁਅਲ ਵਾਲਾ ਜਿਹੜਾ ਕੇਸ ਆ ਉਹ ਆ ਚੁੱਕਾ ਵਾ, ਮੀਨਸ ਕਿ k ਦੀ ਵੈਲਿਊ ਇਕੁਅਲ ਹੋ ਚੁੱਕੀ ਆ i ਦੇ ਨਾਲੋਂ। k ਦੀ ਵੈਲਿਊ ਵੀ 3 ਵਾ, i ਦੀ ਵੈਲਿਊ ਵੀ 3 ਆ। ਸੋ ਇਹ ਜਿਹੜਾ ਬਲੌਕ ਆਫ ਕੋਡ ਆ ਕੰਡੀਸ਼ਨ ਟਰੂ ਹੋਣ ਦੇ ਕਾਰਨ ਐਗਜ਼ੀਕਿਊਟ ਹੋ ਜਾਵੇਗਾ ਤੇ ਸਾਡੀ ਥਰਡ ਰੋ ਦੇ ਵਿੱਚ ਇੱਕ ਸਟਾਰ ਜਿਹੜਾ ਉਹ ਪ੍ਰਿੰਟ ਹੋ ਜਾਵੇਗਾ। ਇਸ ਤੋਂ ਬਾਅਦ k ਦੀ ਵੈਲਿਊ ਨੂੰ ਕਰ ਦੇਵੇਗਾ 2। ਕੰਡੀਸ਼ਨ ਹੋ ਜਾਵੇਗੀ ਫਾਲਸ, ਕਿਉਂਕਿ k ਦੀ ਵੈਲਿਊ ਛੋਟੀ ਹੋ ਚੁੱਕੀ ਆ i ਦੇ ਨਾਲੋਂ, ਬਟ ਸਾਨੂੰ k ਦੀ ਵੈਲਿਊ ਵੱਡੀ ਚਾਹੀਦੀ ਆ i ਦੇ ਨਾਲੋਂ। ਸੋ ਇਹ ਕੰਡੀਸ਼ਨ ਫਾਲਸ ਹੋਣ ਦੇ ਬਾਅਦ ਸਾਡਾ ਇਹ ਜਿਹੜਾ ਫੋਰ ਲੂਪ ਆ ਸਟਾਰਸ ਵਾਲਾ ਇਹ ਵੀ ਆਪਣਾ ਕੰਮ ਕਰਨਾ ਬੰਦ ਕਰ ਦੇਵੇਗਾ। ਇਸ ਤੋਂ ਬਾਅਦ cout ਐਂਡਲ ਜਿਹੜੀ ਲਾਈਨ ਆ ਇਹ ਐਗਜ਼ੀਕਿਊਟ ਹੋ ਜਾਵੇਗੀ ਤੇ ਤੁਸੀਂ ਇੱਥੇ ਆਊਟਪੁੱਟ ਦੇ ਵਿੱਚ ਦੇਖ ਸਕਦੇ ਹੋ ਕਿ ਸਾਡਾ ਜਿਹੜਾ ਪੈਟਰਨ ਆ ਜੋ ਸਾਨੂੰ ਆਪਣੀ ਆਊਟਪੁੱਟ ਦੇ ਵਿੱਚ ਚਾਹੀਦਾ ਸੀ ਉਹ ਪ੍ਰਿੰਟ ਹੋ ਚੁੱਕਾ ਵਾ। ਇਸ ਤੋਂ ਬਾਅਦ cout ਐਂਡਲ ਜਿਹੜੀ ਲਾਈਨ ਆ ਉਹ ਐਗਜ਼ੀਕਿਊਟ ਹੋ ਜਾਵੇਗੀ। ਫਿਰ ਟਰਨ ਆਵੇਗੀ i++ ਇਨਕਰੀਮੈਂਟ ਆਪਰੇਟਰ ਦੀ ਤੇ ਇਹ i ਦੀ ਵੈਲਿਊ ਨੂੰ ਕਰ ਦੇਵੇਗਾ 4। ਜਦ ਹੀ i ਦੀ ਵੈਲਿਊ 4 ਹੋਵੇਗੀ ਫਿਰ ਕੰਡੀਸ਼ਨ ਚੈੱਕ ਹੋਵੇਗੀ। ਕੰਡੀਸ਼ਨ ਇੱਥੇ ਹੁਣ ਹੋ ਚੁੱਕੀ ਆ ਫਾਲਸ, ਕਿਉਂਕਿ i ਦੀ ਵੈਲਿਊ ਸਾਨੂੰ ਛੋਟੀ ਚਾਹੀਦੀ ਆ ਜਾਂ ਇਕੁਅਲ ਚਾਹੀਦੀ ਆ n ਦੇ ਨਾਲੋਂ, ਬਟ i ਦੀ ਵੈਲਿਊ n ਦੇ ਨਾਲੋਂ ਵੱਡੀ ਹੋ ਚੁੱਕੀ ਆ। ਸੋ ਇਹ ਜਿਹੜਾ ਸਾਡਾ ਰੋਜ਼ ਵਾਲਾ ਫੋਰ ਲੂਪ ਆ ਇਹ ਵੀ ਆਪਣੀ ਐਗਜ਼ੀਕਿਊਸ਼ਨ ਬੰਦ ਕਰ ਦੇਵੇਗਾ ਤੇ ਆਊਟਪੁੱਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਨੂੰ ਜਿਹੜਾ ਰਿਕੁਆਇਰਡ ਪੈਟਰਨ ਆ ਉਹ ਸਾਡੀ ਆਊਟਪੁੱਟ ਦੇ ਵਿੱਚ ਪ੍ਰਿੰਟ ਹੋ ਜਾਵੇਗਾ। ਸੋ ਮੈਂ ਹੋਪ ਕਰਦਾ ਕਿ ਇਹ ਜਿਹੜਾ ਕੋਡ ਆ ਇਹ ਕਿਵੇਂ ਐਗਜ਼ੀਕਿਊਟ ਹੋਣਾ ਵਾ ਐਗਜ਼ਾਮਪਲ ਦੇ ਨਾਲ ਤੁਹਾਨੂੰ ਕਲੀਅਰ ਹੋਇਆ ਹੋਵੇਗਾ। ਸੋ ਹੁਣ ਇਸ ਕੋਡ ਨੂੰ ਸੇਵ ਕਰਦੇ ਹਾਂ ਤੇ ਇਸ ਨੂੰ ਐਗਜ਼ੀਕਿਊਟ ਕਰਕੇ ਦੇਖਦੇ ਹਾਂ ਕਿ ਸਾਡੀ ਆਊਟਪੁੱਟ ਦੇ ਵਿੱਚ ਜਿਹੜਾ ਸਾਨੂੰ ਪੈਟਰਨ ਚਾਹੀਦਾ ਉਹ ਪ੍ਰਿੰਟ ਹੋ ਰਿਹਾ ਕਿ ਨਹੀਂ ਹੋ ਰਿਹਾ। ਸੋ ਸਟਾਰਟ ਕਰਦੇ ਹਾਂ। ਸੋ ਟਰਮੀਨਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆ ਰਿਹਾ ਪਲੀਜ਼ ਐਂਟਰ ਦੀ ਇੰਟੀਜਰ ਵੈਲਿਊ। ਮੈਂ ਜਿਹੜੀ ਐਗਜ਼ਾਮਪਲ ਲਈ ਸੀ ਕਿ ਸਾਨੂੰ ਯੂਜ਼ਰ ਨੇ n ਦੀ ਵੈਲਿਊ 3 ਦਿੱਤੀ ਹੋਈ ਆ, ਮੈਂ ਸੇਮ ਹੀ ਐਗਜ਼ਾਮਪਲ ਨੂੰ ਸਭ ਤੋਂ ਪਹਿਲਾਂ ਇੰਪਲੀਮੈਂਟ ਕਰਾਂਗਾ। ਸੋ ਮੈਂ ਇੱਥੇ 3 ਵੈਲਿਊ ਐਂਟਰ ਕਰਾਂਗਾ। ਸੋ ਐਂਟਰ ਤੇ ਕਲਿੱਕ ਕਰਨ ਜਾ ਰਹੇ ਹਾਂ, ਦੇਖਦੇ ਹਾਂ ਕਿ ਸਾਡਾ ਜਿਹੜਾ ਪੈਟਰਨ ਆ ਉਹ ਪ੍ਰਿੰਟ ਹੁੰਦਾ ਕਿ ਨਹੀਂ ਹੁੰਦਾ। ਸੋ ਐਂਟਰ ਕਰਦੇ ਹਾਂ। ਸੋ ਤੁਸੀਂ ਆਊਟਪੁੱਟ ਦੇ ਵਿੱਚ ਦੇਖ ਸਕਦੇ ਹੋ ਕਿ ਸਾਡਾ ਜਿਹੜਾ ਰਿਕੁਆਇਰ ਪੈਟਰਨ ਸੀ ਉਹ ਪ੍ਰਿੰਟ ਹੋ ਚੁੱਕਾ ਵਾ। ਜਿਹੜੀਆਂ ਅਸੀਂ ਸਪੇਸਿਸ ਪ੍ਰਿੰਟ ਕਰਾਈਆਂ ਸੀ ਉਹ ਵੀ ਬਿਲਕੁਲ ਸਹੀ ਤਰੀਕੇ ਦੇ ਨਾਲ ਪ੍ਰਿੰਟ ਹੋਈਆਂ ਨੇ ਤੇ ਸਾਡੇ ਜਿਹੜੇ ਪੈਟਰਨ ਦਾ ਫੋਰਮੈਟ ਆ ਉਹ ਵੀ ਬਿਲਕੁਲ ਸਹੀ ਤਰੀਕੇ ਦੇ ਨਾਲ ਪ੍ਰਿੰਟ ਹੋ ਰਿਹਾ। ਸੋ ਇਸ ਨੂੰ ਇੱਕ ਵਾਰ ਫਿਰ ਐਗਜ਼ੀਕਿਊਟ ਕਰਕੇ ਦੇਖਦੇ ਹਾਂ ਤੇ ਹੁਣ ਜਿਹੜੀ ਵੈਲਿਊ ਆ ਉਹ ਅਸੀਂ 6 ਐਂਟਰ ਕਰਦੇ ਹਾਂ ਕਿ ਸਾਨੂੰ 6 ਰੋਜ਼ ਦਾ ਜਿਹੜਾ ਪੈਟਰਨ ਆ ਉਹ ਚਾਹੀਦਾ। ਸੋ ਹੁਣ ਐਂਟਰ ਤੇ ਕਲਿੱਕ ਕਰਦੇ ਹਾਂ। ਸੋ ਤੁਸੀਂ ਦੇਖ ਸਕਦੇ ਹੋ ਕਿ 6 ਰੋਜ਼ ਤੇ 6 ਕਾਲਮਸ ਵਾਲਾ ਸਾਡੇ ਕੋਲ ਜਿਹੜਾ ਪੈਟਰਨ ਆ ਉਹ ਪ੍ਰਿੰਟ ਹੋ ਚੁੱਕਾ ਤੇ ਜਿਹੜੀਆਂ ਸਾਡੀਆਂ ਸਪੇਸਿਸ ਨੇ ਉਹ ਵੀ ਬਿਲਕੁਲ ਸਹੀ ਤਰੀਕੇ ਦੇ ਨਾਲ ਪ੍ਰਿੰਟ ਹੋ ਰਹੀਆਂ ਨੇ। ਸੋ ਮੈਂ ਹੋਪ ਕਰਦਾ ਕਿ ਤੁਹਾਨੂੰ ਇਹ ਜਿਹੜਾ ਅਸੀਂ ਪੈਟਰਨ ਪ੍ਰਿੰਟ ਕਰਵਾਇਆ ਵਾ ਇਹ ਕਿਵੇਂ ਕਰਵਾਇਆ ਇਹ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਤੇ ਨੈਸਟਡ ਲੂਪਿੰਗ ਸਟੇਟਮੈਂਟਸ ਦਾ ਕਨਸੈਪਟ ਵੀ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ। ਬਾਕੀ ਜੇ ਇਹ ਵੀਡੀਓ ਤੁਹਾਨੂੰ ਇਨਫੋਰਮੇਟਿਵ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਇਹਦੇ 'ਚ ਕੋਈ ਵੀ ਕੁਐਸਚਨ ਹੋਵੇ ਤਾਂ ਨੀਚੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਵਾਸਤੇ ਮੇਰੇ ਚੈਨਲ ਜੀਤ ਕੋਡ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਅਸੀਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ।